ਕੰਪਨੀਆਂ ਨੇ ਇੱਕ ਪੈਨ ਇੰਡੀਆ ਲੈਵਲ ਤੇ इंश्योरेंस कराई होंगी आ, उन्होंने पब्लिक लाइबिलिटी इंश्योरेंस कहने हैं। अगर पब्लिक का कोई लॉस होंदा है या किसी तरह का कोई मिसहैपनिंग हो जाती है तो उस लाइबिलिटीज़ के अंडर उस इंश्योरेंस के अंडर सारा क्लेम उस कस्टमर को मिल जाता है। 6 लाख रुपया डैथ का, 2 लाख रुपया ट्रीटमेंट का और 2 लाख रुपया कोई प्रॉपर्टी डैमेज हो जाए, मैक्सीमम ये वो क्लेम कर सकता है। कई लोग किराए पर रहिंदे ने, रेंट पर रहिंदे ने, वो अपना घर बदल लेंदे ने और घर बदल लेंदे ने, अपनी संबंधित गैस एजेंसी को उस गल सूचित नहीं करते। अगर वो सूचित नहीं करते तो बाई चांस उस नवे एड्रैस के उत्ते कोई हादसा हो जाता है, वो बहुत वड्डा एक प्रॉब्लम क्रिएट करता। अगर कोई हादसा हो जाए वो क्लेम नूं मतलब वो सक्सैसफुल नहीं होने दिंदा। सर क्लेम कदों कर सकते, जिवें अज दुर्घटना हो गई है, ठीक है, तो क्लेम किन्ने टाइम तो तक करना चाहिए है? ਜਿਹੜਾ ਜਦੋਂ ਕਿਸੇ ਕਸਟਮਰ ਦੀ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਨੂੰ ਫੌਰੀ ਤੌਰ ਤੇ ਦੱਸਣਾ ਹੁੰਦਾ ਤੇ ਅਸੀਂ ਇਮੀਡੀਏਟਲੀ ਉੱਥੇ ਜਾ ਕੇ ਆਪਣਾ ਦੇਖ ਲੈਂਦੇ ਆ ਵੀ ਕੀ ਹੋਇਆ, ਕੀ ਕਾਰਨ ਬਣੇ, ਕੀ ਨਹੀਂ ਬਣੇ, ਉਸ ਚੀਜ਼ ਨੂੰ ਅਸੀਂ ਮਤਲਬ ਪ੍ਰੋਸੈਸ 'ਚ ਲੈ ਆਉਂਦੇ ਆ। ਸਰ ਇਹ ਕਲੇਮ ਕਰਨ ਦੇ ਲਈ ਡਾਕੂਮੈਂਟਸ ਕਿਹੜੇ ਚਾਹੀਦੇ ਨੇ? ਡਾਕੂਮੈਂਟਸ ਕੁਛ ਨਹੀਂ ਮੈਮ, ਜਦੋਂ ਕੋਈ ਇੱਦਾਂ ਦਾ ਹਾਦਸਾ ਹੋ ਜਾਂਦਾ ਹੈ ਅਸੀਂ ਆਪਣੀ ਰਿਪੋਰਟ ਬਣਾਉਂਦੇ ਆ, ਅਸੀਂ ਉਹਦੇ ਵਿੱਚ ਲਿਖ ਦਿੰਦੇ ਆ ਵੀ ਇਹ ਸੇਮ ਐਡਰੈਸ ਹੈ ਜਿੱਥੇ ਹਾਦਸਾ ਹੋਇਆ ਤੇ ਉਦੋਂ ਬਾਅਦ ਉਹ ਟਰੀਟਮੈਂਟ ਲੈਂਦਾ ਹੈ ਜਾਂ ਟਰੀਟਮੈਂਟ ਦੇ ਬਿਲਸ ਹੁੰਦੇ ਨੇ ਜਾਂ ਉਹ ਕੋਈ ਡੈਥ ਹੋ ਜਾਂਦੀ ਹੈ ਤਾਂ ਡੈਥ ਸਰਟੀਫਿਕੇਟ ਦੀ ਲੋੜ ਪੈ ਜਾਂਦੀ ਹੈ ਜਾਂ ਉਹਨਾਂ ਦੀ ਸਾਡੇ ਇਲਾਕੇ ਉਹ ਹੋ ਜਾਂਦਾ। ਜਿੰਨੇ ਹਾਦਸੇ ਹੋਏ ਮੇਰੇ ਤਜਰਬੇ 'ਚ ਵੀ ਹੋਏ, ਉਹ ਹੋਏ ਸਾਰੇ ਪ੍ਰਵਾਸੀ ਏਰੀਆ ਦੇ ਵਿੱਚ। ਉੱਥੇ ਕੀ ਹੈ, ਉਹਨਾਂ ਦੀ ਮਜਬੂਰੀ ਹੈ ਵੀ ਇੱਕ ਰੂਮ ਹੈ ਉਹਨਾਂ ਕੋਲੇ, ਉਹ ਰੂਮ ਰੈਂਟ ਤੇ ਰੂਮ ਲਿਆ, ਉਹਦੇ ਵਿੱਚ ਹੀ ਉਹਨਾਂ ਨੇ ਖਾਣਾ ਵੀ ਬਣਾਉਣਾ, ਉਹਦੇ ਵਿੱਚ ਵੀ ਉਹਨਾਂ ਦਾ ਸਾਰਾ ਸਮਾਨ ਪਿਆ। ਇੱਕ ਚੀਜ਼ ਜ਼ਰੂਰ ਉਹ ਆਪਣਾ ਰੱਖਣ ਵੀ ਘੱਟੋ ਘੱਟ ਜਿਹੜਾ ਚੁੱਲ੍ਹਾ ਹੈ, ਚੁੱਲ੍ਹਾ ਤੇ ਸਿਲੰਡਰ ਦਾ ਚੁੱਲ੍ਹੇ ਨੂੰ ਥੱਲੇ ਨਾ ਰੱਖਣ ਔਰ ਗੈਸ ਸਟੋਵ ਨੂੰ ਥੱਲੇ ਨਾ ਰੱਖਣ, ਉਹਨੂੰ ਆਪਣਾ ਟੇਬਲ ਤੇ ਰੱਖਣ ਤੇ ਸਿਲੰਡਰ ਉਹ ਟੇਬਲ ਦੇ ਥੱਲੇ ਹੋਵੇ। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪਰਮਜੀਤ ਕੌਰ। ਹਰ ਕੋਈ ਆਪਣੇ ਘਰ ਦੇ ਵਿੱਚ LPG ਗੈਸ ਸਿਲੰਡਰ ਦੀ ਵਰਤੋਂ ਕਰਦਾ ਤੇ ਕਮਰਸ਼ੀਅਲ ਥਾਵਾਂ ਤੇ ਵੀ ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਕਿ ਯੂਜ਼ ਕੀਤੇ ਜਾਂਦੇ ਨੇ, ਪਰ ਕਈ ਵਾਰ ਦੁਰਘਟਨਾ ਹੋ ਜਾਂਦੀ ਹੈ, ਮਿਸਹੈਪਨਿੰਗ ਹੋ ਜਾਂਦੀ ਹੈ ਤੇ ਕਈ ਲੋਕ ਨੇ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਦੁਰਘਟਨਾ ਦਾ, ਇਸ ਮਿਸਹੈਪਨਿੰਗ ਦਾ ਕਿਵੇਂ ਕਲੇਮ ਕਰਨਾ ਹੈ, ਕਿਵੇਂ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ, ਚਾਹੇ ਜਾਨੀ ਨੁਕਸਾਨ ਹੋਇਆ ਚਾਹੇ ਮਾਲੀ ਨੁਕਸਾਨ ਹੋਇਆ, ਕਿਸ ਤਰ੍ਹਾਂ ਉਸ ਨੂੰ ਕੰਪਨਸੇਟ ਕਰਨਾ ਹੈ। ਤੇ ਅੱਜ ਅਸੀਂ ਇਸੇ ਟੌਪਿਕ ਤੇ ਗੱਲਬਾਤ ਕਰਨ ਦੇ ਲਈ ਪਹੁੰਚੇ ਇੱਕ ਨਿੱਜੀ ਗੈਸ ਏਜੰਸੀ ਦੇ ਵਿੱਚ ਤੇ ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਨਿਵਾਸੀਆਂ ਨੂੰ। ਔਰ ਤੁਸੀਂ ਬੜਾ ਵਧੀਆ ਟੌਪਿਕ ਚੁਣਿਆ ਜਿਹਦਾ ਲੋਕਾਂ ਨੂੰ ਨਹੀਂ ਪਤਾ ਔਰ ਉਸ ਬਾਰੇ ਆਪਾਂ ਅੱਜ ਇਸ ਗੱਲ ਦਾ ਪੂਰੀ ਖੁਲਾਸਾ ਕਰਾਂਗੇ ਵੀ ਜੇਕਰ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਕੋਈ ਐਕਸੀਡੈਂਟ ਹੋ ਜਾਂਦਾ ਸਿਲੰਡਰ ਦੇ ਕਾਰਨ, ਤਾਂ ਲੋਕਾਂ ਨੂੰ ਉਸ ਚੀਜ਼ ਨੂੰ ਕੰਪਨਸੇਟ ਕਿਵੇਂ ਕਰਨਾ ਹੈ। ਤੇ ਸਰ ਜਿਵੇਂ ਅਸੀਂ ਗੱਲ ਕਰ ਰਹੇ ਨੇ, ਕੋਈ ਦੁਰਘਟਨਾ ਹੋ ਗਈ ਜਾਂ ਘਰ ਦੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਗੈਸ ਸਿਲੰਡਰ ਯੂਜ਼ ਕਰਦੇ ਹੋਏ, ਤੇ ਕਿਹੜੀ ਇੰਸ਼ੋਰੈਂਸ ਹੁੰਦੀ ਹੈ, ਕਿਸ ਤਰ੍ਹਾਂ ਲੋਕ ਇਸ ਨੂੰ ਆਪਣੇ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਯੂਜ਼ ਕਰ ਸਕਦੇ ਨੇ? ਸਰ ਮੈਮ ਇੱਦਾਂ ਹੈਗਾ ਵੀ ਜਦੋਂ ਕੋਈ IOC, BPCL, HPCL 3 ਕੰਪਨੀਆਂ ਜੋ ਗੈਸ ਨੂੰ ਡੀਲ ਕਰਦੀਆਂ ਨੇ ਔਰ ਡੋਮੈਸਟਿਕ ਗੈਸ ਘਰੇਲੂ ਜਿਹੜੀ ਗੈਸ ਸਿਲੰਡਰ ਦੀ ਜਿਹੜੀ ਵਰਤੋਂ ਆ ਔਰ ਅੱਜ ਕੱਲ੍ਹ ਹਰ ਇੱਕ ਘਰ 'ਚ ਹੈ। ਔਰ ਜਦੋਂ ਇੱਦਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਆ ਤਾਂ ਉਸ ਨੂੰ ਪਹਿਲਾਂ ਹੀ ਉਹਦੇ ਮੱਦੇਨਜ਼ਰ ਉਸ ਨੂੰ ਕੰਪਨੀਆਂ ਨੇ ਇੱਕ ਪੈਨ ਇੰਡੀਆ ਲੈਵਲ 'ਤੇ इंश्योरेंस कराई होंगी आ, उन्होंने पब्लिक लाइबिलिटी इंश्योरेंस कहने हैं। अगर पब्लिक का कोई लॉस होंदा है या किसी तरह का कोई मिसहैपनिंग हो जाती है तो उस लाइबिलिटीज़ के अंडर उस इंश्योरेंस के अंडर सारा क्लेम उस कस्टमर को मिल जाता है जिहदे घरे कोई इदां दा हादसा हो जाता है। सर क्लेम कदों कर सकते, जिवें अज दुर्घटना हो गई है, ठीक है, तो क्लेम किन्ने टाइम तो तक करना चाहिए है? ਜਿਹੜਾ ਜਦੋਂ ਕਿਸੇ ਕਸਟਮਰ ਦੀ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਨੂੰ ਆਪਣੇ ਫੌਰੀ ਤੌਰ ਤੇ ਆਪਣੇ ਜਿਹੜਾ ਜਿੱਥੋਂ ਗੈਸ ਸਿਲੰਡਰ ਲਿਆ ਉਹਨੂੰ ਦੱਸਣਾ ਬਣਦਾ। ਉਹਦੇ ਜਿਹੜੀ ਸਾਡੀ ਰਿਪੋਰਟ ਹੈ, ਜੋ ਸਾਡੇ ਫੀਲਡ ਅਫਸਰ ਜਾਂ IOC ਦੇ ਅਫੀਸ਼ੀਅਲ ਦੀ ਰਿਪੋਰਟ ਆ, ਉਹ 24 ਆਵਰ ਦੇ ਵਿੱਚ ਜਾਂ ਭੇਜਣੀ ਬਹੁਤ ਜ਼ਰੂਰੀ ਹੁੰਦੀ ਹੈ ਔਰ ਉਸ ਨੂੰ ਫੌਰੀ ਤੌਰ ਤੇ ਦੱਸਣਾ ਹੁੰਦਾ ਤੇ ਅਸੀਂ ਇਮੀਡੀਏਟਲੀ ਉੱਥੇ ਜਾ ਕੇ ਆਪਣਾ ਦੇਖ ਲੈਂਦੇ ਆ ਵੀ ਕੀ ਹੋਇਆ, ਕੀ ਕਾਰਨ ਬਣੇ, ਕੀ ਨਹੀਂ ਬਣੇ, ਉਸ ਚੀਜ਼ ਨੂੰ ਅਸੀਂ ਮਤਲਬ ਪ੍ਰੋਸੈਸ 'ਚ ਲੈ ਆਉਂਦੇ ਹਾਂ ਜੀ। ਤੇ ਸਰ ਕਿੰਨਾ ਮੁਆਵਜ਼ਾ ਮਿਲਦਾ ਹੈ ਤੇ ਕਿੰਨੇ ਟਾਈਮ ਤੱਕ ਜਿਹੜਾ ਕਿ ਕਲੇਮ ਕੀਤਾ ਹੋਇਆ ਮੁਆਵਜ਼ਾ ਮਿਲ ਜਾਂਦਾ ਹੈ? ਸਭ ਨੂੰ ਇੰਪੋਰਟੈਂਟ ਗੱਲ ਕਲੇਮ ਦੀ ਇਹ ਹੁੰਦੀ ਹੈ ਵੀ ਜਿਵੇਂ ਸਾਡਾ ਲੁਧਿਆਣਾ ਇਹਦੇ ਵਿੱਚ ਸਾਡਾ ਪ੍ਰਵਾਸੀ ਭਾਈਚਾਰਾ ਰਹਿੰਦਾ ਹੈ, ਕਈ ਲੋਕ ਕਿਰਾਏ 'ਤੇ ਰਹਿੰਦੇ ਨੇ, ਰੈਂਟ 'ਤੇ ਰਹਿੰਦੇ ਨੇ, ਉਹ ਆਪਣਾ ਘਰ ਬਦਲ ਲੈਂਦੇ ਨੇ
ਔਰ ਘਰ ਬਦਲ ਦਿੰਦੇ ਨੇ, ਆਪਣੀ ਸੰਬੰਧ ਗੈਸ ਏਜੰਸੀ ਨੂੰ ਉਸ ਗੱਲ ਲਈ ਸੂਚਿਤ ਨਹੀਂ ਕਰਦੇ। ਅਗਰ ਉਹ ਸੂਚਿਤ ਨਹੀਂ ਕਰਦੇ ਤੇ ਬਾਈ ਚਾਂਸ ਉਸ ਨਵੇਂ ਐਡਰੈਸ ਦੇ ਉੱਤੇ ਕੋਈ ਹਾਦਸਾ ਹੋ ਜਾਂਦਾ, ਉਹ ਬਹੁਤ ਵੱਡਾ ਇੱਕ ਪ੍ਰੋਬਲਮ ਕ੍ਰੀਏਟ ਕਰਦਾ। ਅਗਰ ਕੋਈ ਹਾਦਸਾ ਹੋ ਜਾਵੇ, ਉਹ ਕਲੇਮ ਨੂੰ ਮਤਲਬ ਉਹਦੀ ਸਕਸੈਸਫੁਲ ਨਹੀਂ ਹੋਣ ਦਿੰਦਾ। ਮੇਰੀ ਬੇਨਤੀ ਪਹਿਲਾਂ ਸਭ ਨੂੰ ਵੱਡੀ ਇਹ ਹੈ ਵੀ ਜਦੋਂ ਕੋਈ ਪ੍ਰਵਾਸੀ ਭਾਈਚਾਰਾ ਜਾਂ ਰੈਂਟ ਤੇ ਲੈਣ ਵਾਲੇ ਲੋਕ ਆਪਣਾ ਘਰ ਬਦਲਦੇ ਨੇ, ਉਹ ਆਪਣੇ ਇਮੀਡੀਏਟਲੀ ਫੌਰੀ ਤੌਰ ਤੇ ਚਾਹੇ ਮੇਲ ਥਰੂ ਚਾਹੇ WhatsApp ਥਰੂ ਆਪਣੀ ਗੈਸ ਏਜੰਸੀ ਨੂੰ ਦੱਸਣ ਵੀ ਮੇਰਾ ਐਡਰੈਸ ਹੁਣ ਆ ਹੋ ਗਿਆ ਹੈ। ਔਰ ਜਦੋਂ ਬਾਈ ਚਾਂਸ ਇਹ ਤਾਂ ਐਡਰੈਸ ਬਦਲਣ ਦਾ ਇੱਕ ਪੁਆਇੰਟ ਹੈ ਵੀ ਜਿਹੜਾ ਇੰਪੋਰਟੈਂਟ ਹੈ, ਜਿਹਦੇ ਕਰਕੇ ਕਈ ਕਲੇਮ ਨਹੀਂ ਮਿਲੇ ਅੱਜ ਤੋਂ ਪਹਿਲਾਂ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਇਹ ਮੰਨ ਲਓ ਐਡਰੈਸ ਹੈ, ਸਭ ਕੁਝ ਸੇਮ ਹੈ, ਐਡਰੈਸ ਰਜਿਸਟਰਡ ਹੋਣਾ ਚਾਹੀਦਾ। ਔਰ ਜਿਹੜਾ ਸਿਲੰਡਰ ਚਾਹੇ ਕਮਰਸ਼ੀਅਲ ਹੈ ਚਾਹੇ ਡੋਮੈਸਟਿਕ ਹੈ, ਘਰੇਲੂ ਹੈ, ਘਰੇਲੂ ਸਿਲੰਡਰ ਨੂੰ ਘਰੇਲੂ ਹੀ ਵਰਤੋਂ ਹੋਣਾ ਚਾਹੀਦਾ। ਡੋਮੈਸਟਿਕ ਕਮਰਸ਼ੀਅਲ ਨੂੰ ਕਮਰਸ਼ੀਅਲ ਵਰਤੋਂ ਹੋਣੀ ਚਾਹੀਦੀ ਹੈ। ਉਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਸਟਾਰਟਿੰਗ ਵੇ ਦੇ ਵਿੱਚ ਜਦੋਂ ਇਹ ਰਿਪੋਰਟ ਤਿਆਰ ਹੁੰਦੀ ਹੈ ਵੀ ਜੇ ਐਡਰੈਸ ਮੰਨ ਲਓ XYZ ਹਾਊਸ ਨੰਬਰ ਹੈ ਜਾਂ ਕੋਈ ਗਲੀ ਨੰਬਰ ਹੈ ਜਾਂ ਮਹੱਲਾ ਹੈ ਜਾਂ ਕੋਈ ਏਰੀਆ ਹੈ, ਵੀ ਇਸ ਐਡਰੈਸ 'ਤੇ ਹੀ ਕੋਈ ਕਸਟਮਰ ਰਹਿ ਰਿਹਾ ਹੈਗਾ ਅਤੇ ਇਸ ਐਡਰੈਸ 'ਤੇ ਹੀ ਉਹ ਲਾਸ, ਉਸ ਐਡਰੈਸ 'ਤੇ ਹੀ ਕੋਈ ਐਕਸੀਡੈਂਟ ਹੋਇਆ। ਤੇ ਸਰ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਵੀ ਦੱਸੋ ਕਿ ਜਿਹੜਾ ਕਿ ਚਾਹੇ ਘਰੇਲੂ ਗੈਸ ਸਿਲੰਡਰ ਹੈ, LPG ਗੈਸ ਸਿਲੰਡਰ ਜਾਂ ਫਿਰ ਕਮਰਸ਼ੀਅਲ ਗੈਸ ਸਿਲੰਡਰ ਹੈ, ਦੋਨਾਂ ਦਾ ਮੁਆਵਜ਼ਾ ਸੇਮ ਹੀ ਹੁੰਦਾ ਹੈ, ਸੇਮ ਹੀ ਜਿਹੜੇ ਕਿ ਕੰਡੀਸ਼ਨਸ ਹੁੰਦੀਆਂ ਤੇ ਕਿੰਨਾ ਮਿਲਦਾ ਹੈ ਸਰ? ਉਹ ਜਿਹੜਾ ਮੁਆਵਜ਼ਾ ਜੀ ਦੋਨਾਂ ਦਾ ਸੇਮ ਹੈ। ਜਿਵੇਂ ਕੋਈ ਸਿਲੰਡਰ ਹੈ, ਸਿਲੰਡਰ ਐਕਸੀਡੈਂਟ ਹੋ ਗਿਆ, ਕੋਈ ਫਟ ਗਿਆ ਜਾਂ ਕੋਈ ਕਿਸੇ ਦੀ ਬਿਲਡਿੰਗ ਲਾਸ ਹੋ ਗਿਆ ਜਾਂ ਕੋਈ ਮੈਡੀਕਲ ਟਰੀਟਮੈਂਟ ਦਾ ਹੈਗਾ, ਜਿਹੜਾ ਬਾਈ ਚਾਂਸ ਕਿਤੇ ਡੈਥ ਵੀ ਹੋ ਜਾਂਦੀ ਹੈ ਤਾਂ 6 ਲੱਖ ਰੁਪਈਆ ਡੈਥ ਦਾ, 2 ਲੱਖ ਰੁਪਈਆ ਟਰੀਟਮੈਂਟ ਦਾ ਔਰ 2 ਲੱਖ ਰੁਪਈਆ ਕੋਈ ਪ੍ਰੋਪਰਟੀ ਡੈਮੇਜ ਹੋ ਜਾਵੇ, ਮੈਕਸਿਮਮ ਉਹ ਕਲੇਮ ਕਰ ਸਕਦਾ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਦੋਨਾਂ ਦੇ ਵਾਸਤੇ ਹੀ ਸੇਮ ਹੀ ਕੰਡੀਸ਼ਨ? ਹਾਂਜੀ, ਦੋਨਾਂ ਦੇ ਵਾਸਤੇ ਸੇਮ ਹੈ। ਕਮਰਸ਼ੀਅਲ ਦੇ ਦਾਇਰੇ 'ਚ ਲੱਗਿਆ ਹੋਊਗਾ, ਉੱਥੇ ਵੀ ਲੋਕ ਨੇ, ਉੱਥੇ ਵੀ ਪ੍ਰੋਪਰਟੀ ਡੈਮੇਜ ਹੋ ਸਕਦੀ ਹੈ। ਜੋ ਮਤਲਬ ਇਹ ਪਾਲਿਸੀ ਹੈਗੀ ਆ ਉਹਦੇ ਅਕੋਰਡਿੰਗਲੀ ਉਹ 6 ਲੱਖ ਡੈਥ ਦਾ, 2 ਲੱਖ ਟਰੀਟਮੈਂਟ ਕੋਈ ਜਾਂ ਕੋਈ ਮੈਡੀਕਲ ਜਾਂ ਕਿਤੇ ਹਸਪੀਟਲ ਰਹਿਣਾ ਪੈ ਰਿਹਾ ਬੰਦੇ ਨੂੰ, ਤੇ 2 ਲੱਖ ਰੁਪਈਆ ਪ੍ਰੋਪਰਟੀ ਡੈਮੇਜ ਦਾ। ਸਰ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜੇ ਕਿ ਲੋਕ ਆਪਣੇ 4 ਵੀਲਰਸ ਵਾਹਨਾਂ ਦੇ ਵਿੱਚ ਵੀ ਜਾਂ ਫਿਰ ਹੋਰ ਵੀ ਕਈ ਜਿਵੇਂ ਆਪਾਂ ਆਟੋ ਵਗੈਰਾ ਟੈਂਪੋ ਦੇਖਦੇ ਹਾਂ LPG ਦੇ, ਜਾਂ ਕਈ ਵਾਰ ਤਾਂ ਲੋਕ ਸਿਲੰਡਰ ਵੀ ਮਤਲਬ ਕਿ ਯੂਜ਼ ਕਰਦੇ ਨੇ, ਤੇ ਉਹ ਕਿੰਨਾ ਕੁ ਸੇਫ ਹੁੰਦਾ ਵਾ? ਦੁਰਘਟਨਾ ਹੋ ਸਕਦੀ ਹੈ ਉਹਦੇ ਨਾਲ? ਮੈਡਮ ਸਿੰਪਲ ਜੀ ਗੱਲ ਹੈ ਜੀ, ਜੋ ਚੀਜ਼ ਆਥੋਰਾਈਜ਼ ਨਹੀਂ ਹੈਗੀ, ਜਦੋਂ ਆਪਾਂ ਉਹਨੂੰ ਮੰਨ ਲਓ ਇੱਕ ਕਹਿੰਦੇ ਨੇ ਜੁਗਾੜ ਪੰਜਾਬੀ 'ਚ, ਤੇ ਜੁਗਾੜ ਕਿੰਨਾ ਕੁ ਸੇਫ ਹੁੰਦਾ ਉਹ ਤਾਂ ਸਭ ਨੂੰ ਪਤਾ ਹੈ। ਜਦੋਂ ਆਥੋਰਾਈਜ਼ ਹੈ, ਮੈਨੂੰ ਸਮਝ ਨਹੀਂ ਆਉਂਦੀ, LPG ਬੜੀ ਸਸਤੀ ਅਵੇਲੇਬਲ ਹੈਗੀ ਆ, ਹਰ ਇੱਕ ਪੰਪ ਤੇ ਅਵੇਲੇਬਲ ਹੈ, ਆਟੋ LPG ਅਵੇਲੇਬਲ ਹੈ, PNG ਅਵੇਲੇਬਲ ਹੋ ਗਈ ਆ, ਉਹ ਸਸਤੀ ਵੀ ਹੈਗੀ ਆ, ਫਿਰ ਲੋਕ ਇਹ ਚੀਜ਼ ਨੂੰ ਕਿਉਂ ਘਰੇਲੂ ਗੈਸ ਸਿਲੰਡਰ ਨੂੰ ਉਸ ਦੇ ਵਿੱਚ ਟੈਂਪੂ 'ਚ ਭਰਦੇ ਨੇ? ਉਹ ਵੀ ਇਲੀਗਲ ਵੇ ਹੈ ਔਰ ਮਹਿੰਗੀ ਵੀ ਲੈਂਦੇ ਨੇ। ਉਹਨਾਂ ਨੂੰ ਸ਼ਾਇਦ ਨਹੀਂ ਇਸ ਗੱਲ ਦਾ ਇਲਮ ਵੀ ਉਹ ਜਾ ਕੇ, ਅਗਰ ਮੈਂ ਹੁਣ ਜਿੱਥੇ ਆਪਾਂ ਬੈਠੇ ਹਾਂ ਗਿੱਲ ਰੋਡ 'ਤੇ ਪੰਪ ਹੈ GNE ਦੇ ਕੋਲੇ, ਅਗਰ GNE ਦੇ ਪੰਪ ਦੀ ਤੇ ਆਪਾਂ ਸਿਲੰਡਰ ਘਰੇਲੂ ਦੀ ਕੈਲਕੂਲੇਸ਼ਨ ਕਰ ਲਾਂਗੇ ਪਰ KG, ਤਾਂ ਮੇਰੇ ਖਿਆਲ ਉਹ ਸਸਤਾ ਪਊਗਾ। ਉਹ ਸਸਤਾ ਵੀ ਪੈਂਦਾ, ਸੇਫ ਵੀ ਹੈ। ਔਰ ਜਦੋਂ ਇਹ ਘਰੇ ਕੋਈ ਜਾਂ ਕੋਈ ਇੱਦਾਂ ਦੀ ਪ੍ਰੈਕਟਿਸ ਕਰਦਾ, ਉਹ ਸਹੀ ਨਹੀਂ ਹੈਗੀ। ਔਰ ਤੁਹਾਨੂੰ ਪਤਾ ਵੀ ਜਦੋਂ ਇਹ ਹੈਗਾ ਹੈਜ਼ਰਡ ਗੁਡਸ, ਇਹਨੂੰ ਕਹਿੰਦੇ ਹੈਜ਼ਰਡ ਗੁਡਸ ਕਹਿੰਦੇ ਆ ਵੀ, ਇੱਥੇ ਮਤਲਬ ਇਹ ਫਲੇਮੇਬਲ ਚੀਜ਼ਾਂ ਨੇ, ਇਹਨਾਂ ਨਾਲ ਖੇਡ ਨਹੀਂ ਸਕਦੇ ਤੁਸੀਂ ਜਦ ਤੱਕ ਤੁਸੀਂ ਆਥੋਰਾਈਜ਼ ਨਹੀਂ ਗਏ, ਤੁਹਾਡੇ ਕੋਲ ਪੂਰਾ ਇਕਵਿਪਮੈਂਟ ਨਹੀਂ ਹੈ। ਜਦੋਂ ਹੁਣ ਏਡੇ ਪਲਾਂਟਸ ਨੇ ਜਿੱਥੇ ਰਿਫਿਲਿੰਗ ਹੁੰਦੀ ਹੈ, ਬੋਟਲਿੰਗ ਹੁੰਦੀ ਹੈ, ਉੱਥੇ 36 ਤਰ੍ਹਾਂ ਦੇ ਇਕਵਿਪਮੈਂਟ ਲੱਗੇ ਹੁੰਦੇ ਨੇ ਵੀ ਯਾਰ ਇਹ ਕੋਈ ਹਾਦਸਾ ਨਾ ਹੋ ਜਾਵੇ। ਹੁਣ ਤੁਸੀਂ ਦੱਸੋ ਵੀ ਇਹੀ ਚੀਜ਼ ਕਿਤੇ ਘਰ ਜਾਂ ਕਿਸੇ ਟੈਂਪੂ 'ਚ ਭਰਦਾ, ਉਹਦੇ ਕੋਲ ਤਾਂ ਹੈ ਹੀ ਕੁਛ ਨਹੀਂ, ਈਵਨ ਉਹਦੇ ਕੋਲ ਫਾਇਰ ਐਕਸਟਿੰਗੁਇਸ਼ਰ ਨਹੀਂ ਹੈਗਾ। ਇਸ ਕਰਕੇ ਨੁਕਸਾਨ ਹੋਣ ਦਾ ਖਤਰਾ ਜ਼ਿਆਦਾ ਹੈ। ਮੈਂ ਬੇਨਤੀ ਲਾਉਣਾ ਆਪਣੇ ਜਿਹੜੇ ਭਾਈ ਨੇ ਜਿਹੜੇ ਇੱਦਾਂ ਦੀ ਕੋਈ ਵਰਤੋਂ ਕਰਦੇ ਨੇ, ਉਹ ਆਪਣੀ ਘੱਟੋ ਘੱਟ ਮੇਰੀ ਇੱਕ ਸਲਾਹ ਤੇ ਆਪਣੇ ਨੇੜੇ ਦੇ ਪੰਪ ਤੇ ਜਾ ਕੇ ਰੇਟ ਤਾਂ ਪਤਾ ਕਰਨ, ਸ਼ਾਇਦ ਉਹਨਾਂ ਨੂੰ ਸਸਤਾ ਮਿਲੇ। PNG ਦੇ ਟੈਂਪੂ ਆ ਗਏ ਆ ਜਿਹੜੀ, ਉਹ ਬੜਾ ਸਸਤੀ ਅੱਜ ਕੱਲ੍ਹ, ਅਤੇ ਉਹ ਜ਼ਰੂਰੀ ਹੈ ਵੀ ਕਿਉਂ ਆਪਾਂ ਇਹੋ ਜਿਹੀ ਹਰਕਤ ਕਰਨੀ ਹੈ ਜਿਹੜੀ ਕੋਈ ਨੁਕਸਾਨ ਕਰੇ। ਬਿਲਕੁਲ ਸਰ, ਜਿਵੇਂ ਕਿ ਗੱਡੀਆਂ ਦੇ ਵਿੱਚ ਲੋਕ ਆਪਣੇ ਸਿਲੰਡਰ ਦਾ ਯੂਜ਼ ਕਰਦੇ ਨੇ, ਤੇ ਗਰਮੀ ਵੀ ਹੁਣ ਕਾਫੀ ਜ਼ਿਆਦਾ, ਟੈਂਪਰੇਚਰ ਕਾਫੀ ਜ਼ਿਆਦਾ ਵੱਧ ਗਿਆ, ਤੇ ਇਸ ਚੀਜ਼ ਦਾ ਵੀ ਅਸਰ ਪੈਂਦਾ ਹੈ, ਅੱਗ ਲੱਗਣ ਦੇ ਚਾਂਸਿਸ ਵੱਧ ਜਾਂਦੇ। ਮੈਡਮ ਟੈਂਪਰੇਚਰ ਵੱਧਦਾ, ਇਹਨਾਂ ਚੀਜ਼ਾਂ ਦਾ ਹਾਦਸਾ ਦੇਖੋ ਲੀਕੇਜ ਹੈ ਬੇਸਿਕਲੀ। ਸਿਲੰਡਰ ਨੂੰ ਤਾਂ ਉਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਜਦੋਂ ਕਿ ਉਹ ਕਿਸ ਟੈਂਪਰੇਚਰ ਤੱਕ ਉਹਨੇ ਬਲਾਸਟ ਹੋਣਾ ਹੈ ਜਾਂ ਕਿਸ ਟੈਂਪਰੇਚਰ ਤੱਕ ਉਹਨੇ ਆਪਣਾ ਉਹ ਕਰਨਾ। ਜਦੋਂ ਤੁਸੀਂ ਉਹਦੇ 'ਚ ਨਜਾਇਜ਼ ਛੇੜਛਾੜ ਕਰੋਗੇ ਤਾਂ ਉਹ ਲੀਕੇਜ ਹੋਊਗੀ, ਅਤੇ ਲੀਕੇਜ ਹੋਊਗੀ, ਕੋਈ ਫਾਇਰ ਇਕਵਿਪਮੈਂਟ ਉਹਨੂੰ ਮਿਲ ਗਿਆ। ਹੁਣ ਮੰਨ ਲਓ ਇੱਥੇ ਲੀਕੇਜ ਹੋ ਰਹੀ ਹੈ, ਇੱਥੇ ਕੋਈ ਫਾਇਰ ਦਾ ਸਪਾਰਕ ਮਿਲ ਗਿਆ, ਉਹਨੇ ਤਾਂ ਆਪਣਾ ਕੰਮ ਕਰਨਾ ਹੈ। ਅੱਛਾ ਸਰ, ਜਿਵੇਂ ਲੋਕ ਯੂਜ਼ ਕਰਦੇ ਨੇ ਕਾਰਾਂ ਦੇ ਵਿੱਚ, ਆਪਣੇ ਵਾਹਨਾਂ ਦੇ ਵਿੱਚ, ਅਗਰ ਉਸ ਸਮੇਂ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਤਾਂ ਕਲੇਮ ਮਿਲਦਾ ਜਾਂ ਨਹੀਂ ਮਿਲਦਾ? ਨਹੀਂ, ਉਹਦੇ 'ਚ ਕੋਈ ਕਲੇਮ ਨਹੀਂ ਹੈ, ਕਿਉਂਕਿ ਮੈਂ ਪਹਿਲਾਂ ਕਹਿ ਚੁੱਕਿਆ ਵੀ ਜੇ ਐਡਰੈਸ ਚੇਂਜ ਵੀ ਹੋ ਗਿਆ ਤਾਂ ਕਲੇਮ ਨਹੀਂ ਮਿਲਦਾ।
ਹਾਲਾਂਕਿ ਉਹਦੀ ਜੈਨੂਅਨ ਹੁੰਦਾ, ਪਰ ਉਹ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਐਡਰੈਸ ਚੇਂਜ ਕਰਾਂ। ਇਹ ਤਾਂ ਹੈ ਹੀ ਇਲੀਗਲ ਐਕਟੀਵਿਟੀ ਹੈ। ਕੋਈ ਟੈਂਪੂ ਜਾਂ ਇਹਦੇ 'ਚ ਭਰਨਾ ਕਾਰਾਂ ਦੇ ਵਿੱਚ ਜਾਂ ਇੱਦਾਂ ਯੂਜ਼ ਕਰਨਾ, ਉਹ ਤਾਂ ਹੈ ਹੀ ਇਲੀਗਲ ਹੈ। ਇਲੀਗਲ ਐਕਟੀਵਿਟੀ ਦਾ ਤਾਂ ਵੈਸੇ ਉਹਦਾ ਉਹ ਉਲਟਾ ਹੋ ਸਕਦਾ ਹੈ ਵੀ ਉਹ ਬੰਦੇ ਨੇ ਆਲੇ ਦੁਆਲੇ ਨੂੰ ਕਿੰਨਾ ਨੁਕਸਾਨ ਪਹੁੰਚਾਇਆ। ਜੇ ਬਾਈ ਚਾਂਸ ਇੱਦਾਂ ਦੇ ਹਾਦਸਾ ਹੋ ਜਾਂਦਾ ਹੈ ਤਾਂ ਉਹਨੇ ਆਲੇ ਦੁਆਲੇ ਨੂੰ, ਆਪਣੀ ਸੁਸਾਇਟੀ ਨੂੰ ਕਿੰਨਾ ਨੁਕਸਾਨ ਪਹੁੰਚਾਇਆ। ਉਲਟਾ ਕਲੇਮ ਉਹ 'ਤੇ ਮਤਲਬ ਐਕਟੀਵਿਟੀ ਕੋਈ ਐਕਸ਼ਨ ਹੋ ਸਕਦਾ। ਤੇ ਸਰ ਇਹ ਕਲੇਮ ਕਰਨ ਦੇ ਲਈ ਡਾਕੂਮੈਂਟਸ ਕਿਹੜੇ ਚਾਹੀਦੇ ਨੇ? ਡਾਕੂਮੈਂਟਸ ਕੁਛ ਨਹੀਂ ਮੈਮ, ਜਦੋਂ ਕੋਈ ਇੱਦਾਂ ਦਾ ਹਾਦਸਾ ਹੋ ਜਾਂਦਾ ਅਸੀਂ ਆਪਣੀ ਰਿਪੋਰਟ ਬਣਾਉਂਦੇ ਹਾਂ। ਅਸੀਂ ਉਹਦੇ ਵਿੱਚ ਲਿਖ ਦਿੰਦੇ ਹਾਂ ਵੀ ਇਹ ਸੇਮ ਐਡਰੈਸ ਹੈ ਜਿੱਥੇ ਹਾਦਸਾ ਹੋਇਆ, ਅਤੇ ਉਦੋਂ ਬਾਅਦ ਉਹ ਟਰੀਟਮੈਂਟ ਲੈਂਦਾ ਹੈ ਜਾਂ ਟਰੀਟਮੈਂਟ ਦੇ ਬਿਲਸ ਹੁੰਦੇ ਨੇ, ਜਾਂ ਉਹ ਕੋਈ ਡੈਥ ਹੋ ਜਾਂਦੀ ਹੈ ਤਾਂ ਡੈਥ ਸਰਟੀਫਿਕੇਟ ਦੀ ਲੋੜ ਪੈ ਜਾਂਦੀ ਹੈ, ਜਾਂ ਕਿਤੇ ਬਿਲਡਿੰਗ ਦਾ ਜਿਹੜਾ ਡੈਮੇਜ ਆ ਉਹ ਬਿਲਡਿੰਗ ਨੂੰ ਅਸੈਸਮੈਂਟ ਹੋ ਜਾਂਦੀ ਆ ਵੀ ਇਹ ਬਿਲਡਿੰਗ ਦਾ ਇੰਨਾ ਡੈਮੇਜ ਹੋਇਆ। ਉਹ ਆਪਣੇ ਜਿਵੇਂ ਆਪਾਂ ਵੈਲਿਊਅਰਸ ਹੁੰਦੇ ਨੇ ਜਾਂ ਉਹਨਾਂ ਦੀ ਸਰ ਲੱਗ ਕੇ ਉਹ ਕੰਮ ਹੋ ਜਾਂਦਾ। ਸਰ ਇੱਕ ਹੋਰ ਚੀਜ਼ ਮੈਂ ਇੱਥੇ ਪੁੱਛਣਾ ਚਾਹਾਂਗੀ, ਜਿਵੇਂ ਲੋਕ ਘਰਾਂ ਦੇ ਵਿੱਚ ਗੀਜ਼ਰ ਦੇ ਲਈ ਵੀ ਯੂਜ਼ ਕਰਦੇ ਨੇ, ਉਹ ਕਿੰਨਾ ਕੁ ਸੇਫ ਹੈ ਜਾਂ ਡੇਂਜਰਸ ਹੈ? ਮੈਡਮ ਗੀਜ਼ਰ ਲਈ ਯੂਜ਼ ਕਰਨਾ ਇੰਨਾ ਮਤਲਬ ਡੋਮੈਸਟਿਕ ਜਿਹੜਾ ਸਿਲੰਡਰ ਆ ਉਹਨੂੰ ਡੋਮੈਸਟਿਕ ਹੈਗਾ ਕੁਕਿੰਗ ਗੈਸ, ਵੀ ਕੁਕਿੰਗ ਲਈ ਯੂਜ਼ ਕਰ ਸਕਦਾ। ਚਲੋ ਯੂਜ਼ ਕਰਦੇ ਆ, ਸੇਫਟੀ ਵੀ ਉਹ ਮਤਲਬ ਉਹਨਾਂ ਸੇਫਟੀ ਬਾਰੇ ਮੈਂ ਕੀ ਕਹੂੰਗਾ ਜਦੋਂ ਉਹਨੂੰ ਯੂਜ਼ ਕਰਨਾ ਹੀ ਗਲਤ ਹੈ। ਪਰ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ, ਇਹਦੇ ਵਿੱਚ ਸਾਡੇ ਕੋਲੇ ਬਹੁਤ ਅੱਗੇ ਲੋਕਾਂ ਨੂੰ ਸਿਰਫ ਇੰਨਾ ਸੀਗਾ ਵੀ ਇੱਕ ਘਰੇਲੂ ਗੈਸ ਦਾ ਸਿਲੰਡਰ ਹੈ ਜਿਹੜਾ ਏਜੰਸੀਆਂ ਜਾਂ ਕੰਪਨੀਆਂ ਡੀਲ ਕਰਦੀਆਂ ਨੇ, ਪਰ ਹੁਣ ਉਹ ਤੋਂ ਬਹੁਤ ਪਰੇ ਹਟ ਕੇ ਸਾਡੇ ਕੋਲ ਇੰਨੇ ਪ੍ਰੋਡਕਟ ਨੇ। FTL ਹੈ 5 ਕਿਲੋ ਦਾ ਸਿਲੰਡਰ, ਉਹਨੂੰ ਓਪਨਲੀ ਯੂਜ਼ ਕਰ ਸਕਦੇ ਹੋ। ਕਮਰਸ਼ੀਅਲ ਆ ਉਹਨੂੰ ਯੂਜ਼ ਕਰ ਸਕਦੇ ਹੋ। ਕੰਪੋਜ਼ਿਟ ਸਿਲੰਡਰ ਆ ਗਿਆ ਸਾਡਾ, ਉਹਨੂੰ ਯੂਜ਼ ਕਰ ਸਕਦੇ ਹੋ, ਜਿਹੜਾ ਬਲਾਸਟ ਪ੍ਰੂਫ ਫਰੀ ਹੈ। ਮੈਂ ਤੁਹਾਨੂੰ ਦਿਖਾਉਣਾ ਵੀ ਆ ਵੀ ਅੱਗੇ ਹੁਣ ਅਲਟਰਨੇਟ ਬਹੁਤ ਨੇ। ਹਾਂਜੀ ਸਰ, ਬਿਲਕੁਲ। ਜਿਵੇਂ ਲੋਕ ਆਪਣੇ ਮਤਲਬ ਕਿ ਆਪਣੇ ਜਾਨ ਨੂੰ, ਆਪਣੇ ਪਰਿਵਾਰ ਦੀ ਜਿਹੜੀ ਕਿ ਸੁਰੱਖਿਆ ਦੇ ਲਈ ਜਿਹੜੇ ਕਿ ਉਹਨੂੰ ਪਿੱਛੇ ਰੱਖ ਕੇ ਉਹ ਇਸ ਤਰ੍ਹਾਂ ਦੇ ਸਿਲੰਡਰ ਯੂਜ਼ ਕਰਦੇ ਨੇ, ਨੁਕਸਾਨ ਉਹਨਾਂ ਦਾ ਹੀ ਹੁੰਦਾ, ਉਹਨਾਂ ਦੇ ਪਰਿਵਾਰ ਦਾ ਹੀ ਹੁੰਦਾ। ਤੇ ਉਹਦੇ ਲਈ ਜਿਵੇਂ ਤੁਸੀਂ ਕੰਪੋਜ਼ਿਟ ਸਿਲੰਡਰ ਕਹਿ ਰਹੇ ਹੋ, ਉਹਦੇ ਬਾਰੇ ਤੁਸੀਂ ਦੱਸੋ। ਕੰਪੋਜ਼ਿਟ ਸਿਲੰਡਰ ਹੈਗੇ ਆ। ਕੰਪੋਜ਼ਿਟ ਸਿਲੰਡਰ ਕੀ ਕਰਦਾ ਵੀ ਉਹ ਬਲਾਸਟ ਨਹੀਂ ਹੋ ਸਕਦਾ ਬਾਈ ਚਾਂਸ, ਮਤਲਬ ਇੱਦਾਂ ਦਾ ਕੋਈ ਛੋਟਾ ਕਿਤੇ ਕੋਈ ਹਾਦਸਾ ਹੋ ਜਾਵੇ, ਉਹਨੂੰ ਫਾਇਰ ਹੋ ਜੂਗੀ ਪਰ ਉਹਨੂੰ ਫਟ ਨਹੀਂ ਸਕਦਾ, ਉਹ ਲੋਸ ਨਹੀਂ ਕਰੂਗਾ ਕਿਸੇ ਨੂੰ। ਉਹ ਉਨੇ ਕੁ ਏਰੀਆ 'ਚ ਹੀ ਫਾਇਰ ਨੂੰ ਮਤਲਬ ਕੰਟਰੋਲ ਰਹਿੰਦਾ। ਹੁਣ ਜਿਸ ਤਰੀਕੇ ਨਾਲ ਆਪਾਂ ਇਹਦੀ ਗੱਲ ਕਰਦੇ ਹਾਂ, ਗੈਸ ਗੀਜ਼ਰ ਦੀ ਗੱਲ ਕਰਦੇ ਹਾਂ ਸਰਦੀਆਂ ਦੇ ਵਿੱਚ, ਤੁਸੀਂ ਕਈ ਵਾਰ ਸੁਣਿਆ ਹੋਣਾ ਵੀ ਯਾਰ ਬੰਦਾ ਨਹਾਉਂਦਾ ਬੇਹੋਸ਼ ਹੋ ਗਿਆ। ਉਹ ਕੀ ਆ, ਉਹ ਕਾਰਬਨ ਡਾਈਆਕਸਾਈਡ ਇੰਨੀ ਛੱਡ ਦਿੰਦਾ ਅਤੇ ਉਹ ਬੰਦਾ ਉੱਥੇ ਉਹਨੂੰ ਉਲਟ ਉਹਦੇ 'ਤੇ ਅਸਰ ਹੁੰਦਾ ਬੋਡੀ 'ਤੇ। ਔਰ ਉਹ ਆਪਾਂ ਸ਼ਾਇਦ ਪਤਾ ਨਹੀਂ ਸਮਾਜ ਨੂੰ, ਮਤਲਬ ਕਿ ਆਪਾਂ ਕੁਛ ਛੋਟੀਆਂ ਚੀਜ਼ਾਂ ਨੂੰ ਬਚਾਉਂਦੇ ਆਪਾਂ ਵੱਡੀਆਂ ਸੇਫਟੀਜ਼ ਨੂੰ ਭੁੱਲ ਜਾਂਦੇ ਹਾਂ। ਆਪਾਂ ਕਹਿੰਦੇ ਸਰ ਸਸਤੀ ਪੈਂਦੀ ਆ, ਪਰ ਮੈਂ ਤੁਹਾਨੂੰ ਦੱਸਦਾ ਵੀ ਜੇ FTL ਯੂਜ਼ ਕਰੋਗੇ, ਕੰਪੋਜ਼ਿਟ ਯੂਜ਼ ਕਰੋਗੇ ਜਾਂ ਸਾਡੇ ਕੋਲੇ ਕਮਰਸ਼ੀਅਲ, ਉਹ ਇੰਨਾ ਮਹਿੰਗਾ ਜਾਂ ਸਸਤਾ ਨਹੀਂ ਹੋਣਾ। ਅਗਰ ਸਰਦੀਆਂ 3-4 ਮਹੀਨੇ ਦੇ ਵਿੱਚ ਤੁਸੀਂ ਯੂਜ਼ ਕੀਤਾ, ਸਪੋਜ਼ ਕੀਤਾ ਤੁਸੀਂ 20 ਕਿਲੋ ਗੈਸ ਯੂਜ਼ ਕਰ ਲਈ, 20 ਕਿਲੋ ਗੈਸ ਅਗਰ ਕਮਰਸ਼ੀਅਲ ਤੁਹਾਨੂੰ 2000 ਦੀ ਪਈ ਤੇ ਉਹ ਮੇਰੇ ਖਿਆਲ 1800 ਦੀ ਪੈ ਜੂਗੀ। ਹੁਣ ਆਪਾਂ 200 ਰੁਪਏ ਨੂੰ ਬਚਾਉਣ ਪਿੱਛੇ ਆਪਾਂ ਸਾਰਾ ਕੁਝ ਹੀ ਛਿੱਕੇ ਟੰਗ ਦਈਏ, ਉਹਦਾ ਕੀ ਕਰ ਸਕਦੇ ਹਾਂ ਉਹਦਾ। ਬਿਲਕੁਲ ਸਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਲਟਰਨੇਟਿਵ ਜਿਹੜੇ ਸਿਲੰਡਰਸ ਨੇ ਉਹਨਾਂ ਦੇ ਵਾਸਤੇ ਵੀ ਇਹੀ ਰੂਲ ਹੈਗਾ ਇੰਸ਼ੋਰੈਂਸ ਦਾ, ਜਾਂ ਫਿਰ ਉਹ ਡਿਫਰੈਂਟ ਹੈ ਇਹਨਾਂ ਤੋਂ? ਨਹੀਂ, ਉਹ ਸੇਮ ਹੈ ਜੀ, ਸੇਮ ਹੈ। ਮੈਂ ਤੁਹਾਨੂੰ ਇੱਕ ਗੱਲ ਕਹੀ ਆ ਵੀ ਜਿਹੜਾ ਸਿਲੰਡਰ ਜਿਸ ਪਰਪਸ ਵਾਸਤੇ ਡਿਲੀਵਰੀ ਕੀਤਾ ਜਾਂਦਾ ਹੈ, ਜਿਹੜਾ ਸਿਲੰਡਰ ਜਿਸ ਪਰਪਸ ਵਾਸਤੇ ਯੂਜ਼ ਕੀਤਾ ਹੁੰਦਾ, ਅਗਰ ਉਸ ਪਰਪਸ ਦੇ ਵਿੱਚ ਕੋਈ ਇੱਦਾਂ ਦਾ ਹਾਦਸਾ ਹੋ ਜਾਂਦਾ, ਇਟ ਇਜ਼ ਓਕੇ। ਔਰ ਸਰ ਕਈ ਵਾਰ ਅਸੀਂ ਘਰਾਂ ਦੇ ਵਿੱਚ ਜਾਂ ਫਿਰ ਕਿਤੇ ਹੋਰ ਵੀ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਦਿੰਦੇ ਆ ਕਿ ਸਿਲੰਡਰ ਫਟ ਜਾਂਦਾ ਵਾ, ਦੁਰਘਟਨਾ ਹੋ ਜਾਂਦੀ ਹੈ, ਜਾਨੀ ਮਾਲੀ ਨੁਕਸਾਨ ਹੋ ਜਾਂਦਾ ਵਾ, ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਕੀ ਕੁਝ ਸਾਵਧਾਨੀਆਂ ਹੁੰਦੀਆਂ ਨੇ ਜਿਹਨੂੰ ਵਰਤ ਕੇ ਆਪਾਂ ਸੇਫ ਰਹਿ ਸਕਦੇ ਹਾਂ? ਮੈਮ ਹੁਣ ਮੈਨੂੰ 20 ਸਾਲ ਹੋ ਗਏ ਜੀ ਇਸ ਟ੍ਰੇਡ ਦੇ ਵਿੱਚ, ਤੇ ਮੈਂ ਕਈ ਵਾਰ ਦੇਖਿਆ ਹੈਗਾ ਵੀ ਜਿਹੜੇ ਹਾਦਸੇ ਨੇ ਉਹ ਹਾਦਸੇ ਸਾਡੇ ਪ੍ਰਵਾਸੀ ਜਿੱਥੇ ਲੋਕ ਭਾਈਚਾਰਾ ਰਹਿੰਦਾ ਉੱਥੇ ਜ਼ਿਆਦਾ ਹੁੰਦੇ ਨੇ। ਸਾਡੇ ਪੌਸ਼ ਏਰੀਆ ਜਾਂ ਜਿੱਥੇ ਪੂਰੀ ਕਿਚਨ ਪ੍ਰੋਪਰਲੀ ਬਣੀ ਹੋਈ ਆ ਜਾਂ ਨੋਰਮਸ ਦੇ ਹਿਸਾਬ ਨਾਲ ਕਿਚਨ ਬਣੀ, ਉੱਥੇ ਹਾਦਸੇ ਦਾ ਬਹੁਤ ਘੱਟ ਗੁੰਜਾਇਸ਼ ਆ, ਬਸ਼ਰਤੇ ਕੋਈ ਵੈਸੇ ਕੁਝ ਗੱਲ ਹੋ ਜਾਵੇ, ਉਹ ਬਹੁਤ ਹੀ 0.01% ਵੀ ਹੈ ਨਹੀਂ। ਔਰ ਜਿੰਨੇ ਹਾਦਸੇ ਹੋਏ ਮੇਰੇ ਤਜਰਬੇ 'ਚ ਵੀ ਹੋਏ, ਉਹ ਹੋਏ ਸਾਰੇ ਪ੍ਰਵਾਸੀ ਏਰੀਆ ਦੇ ਵਿੱਚ। ਉੱਥੇ ਕੀ ਹੈ, ਉਹਨਾਂ ਦੀ ਮਜਬੂਰੀ ਹੈ ਵੀ ਇੱਕ ਰੂਮ ਹੈ ਉਹਨਾਂ ਕੋਲੇ, ਉਹ ਰੂਮ ਰੈਂਟ 'ਤੇ ਰੂਮ ਲਿਆ, ਉਹਦੇ ਵਿੱਚ ਹੀ ਉਹਨਾਂ ਨੇ ਖਾਣਾ ਵੀ ਬਣਾਉਣਾ, ਉਹਦੇ ਵਿੱਚ ਵੀ ਉਹਨਾਂ ਦਾ ਸਾਰਾ ਸਮਾਨ ਪਿਆ, ਉਹਦੇ ਵਿੱਚ ਕੱਪੜੇ ਵੀ ਪਏ ਨੇ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਅਗਰ ਇੱਦਾਂ ਦਾ ਕੋਈ ਪ੍ਰੋਬਲਮ, ਇੱਦਾਂ ਦੀ ਉਹਨਾਂ ਨੂੰ ਮਜਬੂਰੀ ਆ ਜਾਣਾ, ਪਰ ਇੱਕ ਚੀਜ਼ ਜ਼ਰੂਰ ਉਹ ਆਪਣਾ ਰੱਖਣ ਵੀ ਘੱਟੋ ਘੱਟ ਜਿਹੜਾ ਚੁੱਲ੍ਹਾ ਹੈ, ਚੁੱਲ੍ਹਾ ਅਤੇ ਸਿਲੰਡਰ ਦਾ ਚੁੱਲ੍ਹੇ ਨੂੰ ਥੱਲੇ ਨਾ ਰੱਖਣ ਔਰ ਗੈਸ ਸਟੋਵ ਨੂੰ ਥੱਲੇ ਨਾ ਰੱਖਣ, ਉਹਨੂੰ ਆਪਣਾ ਟੇਬਲ 'ਤੇ ਰੱਖਣ ਅਤੇ ਸਿਲੰਡਰ ਉਹ ਟੇਬਲ ਦੇ ਥੱਲੇ ਹੋਵੇ। ਉਹ ਵੀ ਬਹੁਤ ਵੱਡਾ ਹਾਦਸੇ ਨੂੰ ਬਚਾਉਣ ਦਾ ਇੱਕ ਸੇਫਟੀ ਪੁਆਇੰਟ ਹੈ। ਮੈਂ ਮੰਨਦਾ ਵੀ ਕਈ ਪੁਆਇੰਟਸ ਪੂਰੇ ਫਾਲੋ ਅਪ ਨਹੀਂ ਹੋਣੇ, ਕਿਚਨ ਉਹਨਾਂ ਨੂੰ ਨਹੀਂ ਅਲੱਗ ਮਿਲ ਸਕਦੀ, ਅਗਰ ਹੋ ਸਕੇ ਕਿਚਨ ਅਲੱਗ ਤਾਂ ਬਹੁਤ ਵਧੀਆ,
ਪਰ ਜੇ ਕਿਚਨ ਲੱਗ ਨਹੀਂ ਹੋ ਸਕਦੀ ਤਾਂ ਘੱਟੋ ਘੱਟ 2-4 ਪੁਆਇੰਟ ਸਾਡੇ ਕੋਲ ਲੀਫਲੈਟ ਹੈਗੇ ਆ, ਸਾਡੇ ਤੋਂ ਲੈ ਜਾਣ ਜਾਂ ਸਾਡੇ ਕੋਲ ਆ ਕੇ ਬਾਈ ਚਾਂਸ ਅਸੀਂ ਸੇਫਟੀ ਕਲੀਨਿਕਸ ਵੀ ਕਰਦੇ ਰਹਿੰਦੇ ਹਾਂ ਸਮੇਂ-ਸਮੇਂ 'ਤੇ ਲੋਕਾਂ ਨੂੰ। ਜਿਵੇਂ ਕੁਛ ਏਰੀਏ 'ਤੇ ਗਏ ਅਸੀਂ 50-60 ਲੋਕ 100 ਘੰਟੇ ਇਕੱਠਾ ਹੋਇਆ, ਉਹਨਾਂ ਨੂੰ ਸੇਫਟੀ ਦੇ ਬਾਰੇ ਦੱਸਦੇ ਹਾਂ, ਉਹ ਘੱਟੋ ਫੋਲੋ ਕਰਨ। ਲੋਕਾਂ ਦੇ ਵਿੱਚ ਇਹ ਹੁੰਦਾ ਯਾਰ ਹੋਇਆ ਤਾਂ ਹੋਇਆ, ਕਦੇ ਕੁਛ ਹੈ ਨਹੀਂ, ਪਰ ਬਾਈ ਚਾਂਸ ਪਰਮਾਤਮਾ ਨਾ ਕਰੇ ਜਿਹਦੇ ਹੁੰਦਾ ਤੇ ਉਹਨੂੰ ਪਤਾ ਹੁੰਦਾ ਵੀ ਯਾਰ ਕੀ ਹੋਇਆ। ਸਰ ਜਿਵੇਂ ਕਿ ਅਗਰ ਸਿਲੰਡਰ ਯੂਜ਼ ਨਹੀਂ ਹੋ ਰਿਹਾ ਹੈਗਾ ਤਾਂ ਗੈਸ ਨੋਬ ਜਿਹੜੀ ਕਿ ਬੰਦ ਕਰ ਦੇਣੀ ਚਾਹੀਦੀ, ਜਿਹੜਾ ਲੌਕ ਲੱਗਾ ਹੁੰਦਾ ਨੀਚੇ, ਉਹਦੇ ਕਰਕੇ ਵੀ ਹਾਦਸੇ ਟਲ ਸਕਦੇ ਨੇ। ਜਦੋਂ ਤੁਸੀਂ ਨਹੀਂ ਯੂਜ਼ ਕਰਦੇ ਰੈਗੂਲੇਟਰ ਬੰਦ ਕਰਕੇ ਰੱਖੋ, ਉਹਦੇ ਨਾਲ ਤੁਹਾਡੀ ਵੈਸੇ ਹੀ ਸੇਫਟੀ ਆ ਔਰ ਉਹ ਚੱਲੂ ਜ਼ਿਆਦਾ। ਜੇ ਬਾਈ ਚਾਂਸ ਮਾਈਨਰ ਕਿਤੇ ਲੀਕੇਜ ਹੋ ਜਾਵੇ ਬੰਦ, ਉਹਦੀ ਸੇਫਟੀ ਹੈ। ਅਗਰ ਕਿਤੇ ਲੀਕੇਜ ਹੋ ਵੀ ਜਾਂਦੀ ਆ ਤਾਂ ਕੋਈ ਫਾਇਰ ਦੀ ਕੋਈ ਇਕਵਿਪਮੈਂਟ ਯੂਜ਼ ਨਾ ਕਰੋ, ਕੋਈ ਲਾਈਟ ਔਨ ਆ ਤਾਂ ਔਨ ਰਹਿਣ ਦਿਓ, ਆਫ ਆ ਤਾਂ ਆਫ ਰਹਿਣ ਦਿਓ। ਅਗਰ ਤੁਹਾਡੇ ਲੀਕੇਜ ਦੀ ਸਮੈਲ ਆਉਂਦੀ ਹੈ, ਇਹਦੇ ਵਿੱਚ ਇੱਕ ਸਮੈਲ ਦਾ ਇੱਕ ਪ੍ਰੋਡਕਟ ਪੈਂਦਾ, ਉਹਨੂੰ ਮਰਕੈਪਟਮ ਸਲਫੇਟ ਕਹਿੰਦੇ ਆ, ਉਹ ਪਾਈ ਇਸ ਕਰਕੇ ਜਾਂਦਾ ਵੀ ਤੁਹਾਨੂੰ ਸਮੈਲ ਆਵੇ ਲੀਕੇਜ ਦੀ। ਵੈਸੇ LPG ਦੀ ਕੋਈ ਸਮੈਲ ਨਹੀਂ ਹੁੰਦੀ, ਉਹ ਸਮੈਲ ਆ ਗਈ ਤੇ ਤੁਹਾਨੂੰ ਲੱਗਿਆ ਵੀ ਇਹ ਹੁਣ ਸਮੈਲ ਆ ਮੇਰੇ ਕਮਰੇ ਦੇ ਵਿੱਚ, ਘੱਟੋ ਘੱਟ ਆਪਦੀਆਂ ਖਿੜਕੀਆਂ ਖੋਲ੍ਹ ਦਿਓ। ਮੈਂ ਬਾਹਰ ਕੇ ਫੇਰ ਕਹਿਣਾ ਕੋਈ ਸਵਿਚ ਔਨ ਜਾਂ ਆਫ ਨਾ ਕਰੋ, ਜਾਂ ਕੋਈ ਸਪਾਰਕ ਜਿਹਦੇ ਨਾਲ ਉਹੋ ਜਿਹਾ ਕੁਛ ਨਾ ਹੋਵੇ, ਜਾਂ ਕੋਈ ਆਪਾਂ ਮੋਮਬੱਤੀ ਜਾਂ ਕੋਈ ਆਪਾਂ ਸੋਚਦੇ ਹਾਂ ਵੀ ਕੋਈ ਮਾਚਿਸ ਉੱਦਾਂ ਦਾ ਨਾ ਹੋਵੇ, ਉਹ ਫਿਰ ਕੁਛ ਨਹੀਂ ਹੁੰਦਾ। ਉਹ ਥੋੜ੍ਹਾ ਜਿਹਾ 10-15-20 ਮਿੰਟ ਦੇ ਵਿੱਚ ਉਹ ਡਿਲੀਟ ਹੋ ਜਾਂਦਾ, ਫਿਰ ਉਹ ਫਾਇਰ ਨਹੀਂ ਹੋ ਸਕਦੀ ਉਹਨੂੰ। ਤੇ ਸਰ ਜਿਹੜੀ ਕਿ ਗੈਸ ਏਜੰਸੀ ਹੈਗੀ ਆ, ਉਹ ਇਸ ਤਰ੍ਹਾਂ ਦੀ ਕੋਈ ਸੁਵਿਧਾ ਵੀ ਦਿੰਦੀ ਹੈ ਕਿ ਆਪਾਂ ਜਿਵੇਂ ਕਿ ਘਰ 'ਚ ਯੂਜ਼ ਕਰ ਰਹੇ ਹਾਂ, ਠੀਕ ਹੈ, ਗੈਸ ਸਿਲੰਡਰ ਯੂਜ਼ ਕਰ ਰਹੇ ਹਾਂ, LPG ਗੈਸ ਸਿਲੰਡਰ, ਤੇ ਉਹਦੀ ਚੈਕਿੰਗ ਕਰਵਾ ਸਕੇ, ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈਗੀ, ਉਹਦੇ ਲਈ ਕੁਝ ਹੈਗਾ? ਪਹਿਲਾਂ ਇਹ ਮੈਂਡੇਟਰੀ ਚੈੱਕ ਹੁੰਦਾ ਜੀ, ਇੱਕ ਮੈਂਡੇਟਰੀ ਚੈੱਕ ਪਹਿਲਾਂ 2 ਸਾਲ 'ਚ ਇੱਕ ਵਾਰੀ ਹੁੰਦਾ ਸੀ, ਹੁਣ 5 ਸਾਲ 'ਚ ਇੱਕ ਵਾਰ ਹੁੰਦਾ, ਕਿਉਂਕਿ ਜਿਹੜੀ ਰਬੜ ਟਿਊਬ ਦੀ ਲਾਈਫ ਆ ਉਹ 5 ਸਾਲ ਹੈ। 5G ਰਬੜ ਟਿਊਬ ਬਹੁਤ ਅੱਛੀਆਂ ਆ ਗਈਆਂ ਹੈਗੀਆਂ, ਲੋਕਲ ਨਾ ਯੂਜ਼ ਕਰੋ, ਮੈਂਡੇਟਰੀ ਚੈੱਕ ਲੋਕ ਕਰਾਉਣ। ਸਾਡੀਆਂ ਟੀਮਾਂ ਹੁਣ ਜਾਣਗੀਆਂ, 5 ਸਾਲ ਹੈ, 5 ਸਾਲ ਹੋ ਗਏ, ਅਸੀਂ ਭੇਜਾਂਗੇ, ਉਹ ਫਿਰ ਘਰ ਘਰ ਜਾ ਕੇ ਚੈੱਕ ਕਰਨਗੀਆਂ ਵੀ ਉਹਨਾਂ ਦਾ ਚੁੱਲ੍ਹਾ ਠੀਕ ਹੈ, ਉਹਨਾਂ ਦਾ ਰੈਗੂਲੇਟਰ ਠੀਕ ਹੈ, ਉਹਨਾਂ ਦੀ ਪਾਈਪ ਠੀਕ ਹੈ, ਔਰ ਉਹਨਾਂ ਦਾ ਜਿਹੜਾ ਸਿਲੰਡਰ ਉਹ ਸਹੀ ਪੋਜੀਸ਼ਨ 'ਚ ਪਿਆ, ਸੇਫਟੀ ਪੁਆਇੰਟਸ ਨਾਲ ਯੂਜ਼ ਕਰ ਰਹੇ ਨੇ। ਔਰ ਉਹ ਕਰਾਉਣ 'ਤੇ ਉਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੁੰਦਾ ਵੀ ਜਦੋਂ ਕਹਿੰਦੇ ਨੇ ਵੀ ਸਰਵਿਸ ਹੋ ਰਹੀ ਹੈ ਚੀਜ਼ ਦੀ, ਜਾਂ ਕੋਈ ਵੀ ਇਹ ਤਾਂ ਯਾਰ ਹੁਣ 2 ਦਿਨ ਪਹਿਲਾਂ ਬਹੁਤ ਠੀਕ ਸੀਗਾ, ਤੇ ਉਹ ਇਸ ਨੂੰ ਮੈਟਰ ਕਰਦਾ, ਬਹੁਤ ਮੇਜਰ ਮੈਟਰ ਕਰਦਾ। ਕਿਉਂਕਿ ਅਕਸਰ ਘਰਾਂ 'ਚ ਦੇਖਿਆ ਹੋਇਆ, ਤੁਸੀਂ ਦੇਖ ਲਓ ਆਪਣੇ ਘਰੇ ਵੀ, ਤੁਸੀਂ ਕਿੰਨਾ ਕੁ ਚਿਰ ਹੋ ਗਿਆ ਆਪਣੇ ਘਰੇ ਪਾਈਪ ਚੈੱਕ ਕਰੀ ਨੂੰ? ਤੁਸੀਂ ਵੀ ਘਰੇ ਰੋਟੀ ਬਣਾਉਂਦੇ ਹੋ, ਵੀ ਕਿੰਨਾ ਕੁ ਚਿਰ ਹੋ ਗਿਆ, ਨਹੀਂ ਅਗਲਾ ਧਿਆਨ ਦਿੰਦਾ, ਪਰ ਉਹ ਚੀਜ਼ ਜ਼ਰੂਰੀ ਹੈ। ਜਿਵੇਂ ਆਪਾਂ ਹਰ ਚੀਜ਼ ਦੀ ਸਰਵਿਸ ਕਰਾਉਂਦੇ, ਆਪਣੀ ਗੱਡੀ ਦੀ ਕਰਵਾਉਂਦੇ, ਆਪਣੀ ਬਾਈਕ ਦੀ ਕਰਵਾਉਂਦੇ, ਤਾਂ ਇਸ ਕਰਕੇ ਇਹਦੀ ਵੀ ਸਰਵਿਸ ਕਰਾਉਣੀ। 5 ਸਾਲ ਦੇ ਇੱਕ ਵਾਰ ਮੈਂਡੇਟਰੀ ਚੈੱਕ, ਉਹਦੀ ਨੋਮੀਨਲ ਜੀ ਫੀਸ ਹੈ, ਕੋਈ ਖਾਸ ਗੱਲ ਨਹੀਂ ਹੈਗੀ। ਉਹ ਘਰ ਘਰ ਜਾਂਦਾ ਹੈ, ਉਹ ਦੱਸਦਾ ਸਗੋਲਟਾ, ਕੋਈ ਉਹਨਾਂ ਦਾ ਚੁੱਲ੍ਹੇ 'ਚ ਪ੍ਰੋਬਲਮ ਆ, ਉਹ ਫ੍ਰੀ ਆਫ ਕਾਸਟ ਉਹਨੂੰ ਠੀਕ ਕਰਦਾ ਜੀ। ਤੇ ਉਸ ਜਿਹੜਾ ਕਿ ਕਲੇਮ ਲੋਕ ਕਰਦੇ ਨੇ, ਉਹ ਕਿੰਨੇ ਟਾਈਮ ਤੱਕ ਲੋਕਾਂ ਨੂੰ ਮਿਲ ਜਾਂਦਾ ਵਾ? ਮੈਮ ਕਲੇਮ ਹੈ ਇੰਸ਼ੋਰੈਂਸ ਕੰਪਨੀ 'ਤੇ ਡਿਪੈਂਡ ਹੁੰਦਾ, ਉਹਨਾਂ ਦੀ ਬੈਕਲੌਗ 'ਤੇ ਡਿਪੈਂਡ ਹੁੰਦਾ, ਜਿਵੇਂ, ਪਰ ਫਿਰ ਵੀ ਵਿਦਨ 60 ਡੇਜ਼ ਦੇ ਵਿੱਚ ਉਹ ਕਲੀਅਰ ਹੋ ਜਾਂਦਾ ਅਗਰ ਸਭ ਕੁਝ ਟਾਈਮ 'ਤੇ ਹੋ ਜਾਵੇ, ਬਸ਼ਰਤੇ ਜਿਵੇਂ ਕੋਈ ਡਾਕੂਮੈਂਟੇਸ਼ਨ ਹੈ, ਜਿਵੇਂ ਉਹਨਾਂ ਨੇ ਕਿਸੇ ਕਸਟਮਰ ਨੇ ਦੇਣੇ ਆ ਡਾਕੂਮੈਂਟਸ, ਜਾਂ ਕੋਈ ਮੈਡੀਕਲ ਐਕਸਪੈਂਸਿਸ ਦੇ ਬਿਲਸ ਨੇ ਉਹ ਦੇਣੇ ਆ, ਉਹ ਸਾਰਾ ਕੁਝ ਟਾਈਮ 'ਤੇ ਹੋ ਜਾਵੇ, ਉਹ ਵਿਦਨ 60 ਡੇਜ਼ ਹੋ ਜਾਂਦਾ। ਸਰ ਜਿਹੜੇ ਕਿ ਆਪਾਂ ਦੇਖਦੇ ਹਾਂ ਕਈ ਦੁਕਾਨਾਂ 'ਤੇ ਟੰਗੇ ਹੁੰਦੇ ਨੇ ਨਾਨ ਬ੍ਰਾਂਡਡ ਸਿਲੰਡਰ ਹੁੰਦੇ ਨੇ, ਜਾਂ ਲੋਕ ਵੈਸੇ ਹੀ ਗੈਸ ਭਰਵਾ ਲੈਂਦੇ 2 ਕਿਲੋ 5 ਕਿਲੋ, ਤੇ ਉਹ ਕੀ ਚੀਜ਼ ਹੈ? ਮੈਮ ਉਹ ਨਾ ਇੱਕ ਬੜੀ ਵੱਡੀ ਪ੍ਰੈਕਟਿਸ ਹੈ ਜੋ ਲੀਗਲ ਨਹੀਂ ਹੈਗੀ। 2 ਕਿਲੋ 3 ਕਿਲੋ ਦਾ ਸਿਲੰਡਰ ਉਹ ਹੁੰਦਾ, ਨਾ ਉਹ ਸੇਫਟੀ ਦੇ ਅਕੋਰਡਿੰਗਲੀ ਬਣਿਆ ਹੁੰਦਾ, ਅਤੇ ਨਾ ਹੀ ਉਹਦਾ ਕੋਈ ਸੇਫਟੀ ਪੁਆਇੰਟਸ ਨਾਲ ਉਹਦੀ ਮੈਨੂਫੈਕਚਰਿੰਗ ਹੈ, ਨਾ ਉਹਦਾ ਕੋਈ ਬ੍ਰਾਂਡ ਹੈ, ਨਾ ਉਹ ਇੰਡੇਨ ਵੱਲੋਂ ਜਾਂ BPC ਵੱਲੋਂ ਜਾਂ ਕਿਸੇ ਹੋਰ HPC ਕੰਪਨੀ ਵੱਲੋਂ ਨਹੀਂ ਉਹਨੂੰ ਰਿਕਮੈਂਡੇਸ਼ਨ। ਉਹ ਕਿਤੋਂ ਸਿਲੰਡਰ ਆਉਂਦੇ ਨੇ ਉਹ ਛੋਟੇ ਸਿਲੰਡਰਾਂ ਦੇ ਵਿੱਚੋਂ ਉਹਨੂੰ ਭਰ ਦਿੰਦੇ ਨੇ। ਲੋਕਾਂ ਨੂੰ ਲੱਗਦਾ ਵੀ ਯਾਰ ਕਿਲੋ ਗੈਸ ਲੈ ਲਈ, 2 ਕਿਲੋ ਗੈਸ ਲੈ ਲਈ, ਉਹ ਮਹਿੰਗਾ ਵੀ ਮਿਲਦਾ, 100-200 ਰੁਪਏ, 150-100 ਰੁਪਏ ਕਿਲੋ ਗੈਸ ਲੈ ਲਈ, ਅਤੇ ਮੈਂ ਯਾਰ ਮੇਰਾ ਠੀਕ ਹੈ। ਉਹ ਲੋਕਾਂ ਨੂੰ ਕਿਤੇ ਇਹ ਵੀ ਮਹਿਸੂਸ ਹੁੰਦਾ ਵੀ ਸਾਡੇ ਕੋਲ ਪ੍ਰੂਫ ਹੈ ਨਹੀਂਗਾ, ਤਾਂ ਸਾਨੂੰ ਉਹ ਲੈਣਾ ਮਜਬੂਰ ਆ। ਪਰ ਮੈਂ ਬੇਨਤੀ ਕਰਦਾ ਵੀ ਇੱਦਾਂ ਦਾ ਹੁਣ ਕੁਛ ਨਹੀਂ ਹੈਗਾ। ਸਾਡੇ ਕੋਲ ਇੱਕ FTL ਸਿਲੰਡਰ 5 ਕਿਲੋ ਦਾ ਆ ਗਿਆ, ਈਵਨ 2 ਕਿਲੋ ਦਾ ਸਿਲੰਡਰ ਵੀ ਆ ਗਿਆ, ਜਿਹੜਾ ਤੁਸੀਂ ਉਹ ਲੀਗਲ ਵੀ ਹੈ, ਔਰ ਉਹਦਾ ਜਿਹੜੀ ਗੈਸ ਦੀ ਕਾਸਟ ਆ ਉਹ ਸਸਤੀ ਵੀ ਆ ਉਹਦੇ ਨਾਲੋਂ। ਉਹਨੂੰ ਭਰਾਉਣ ਲਈ ਜਾਣਾ ਨਹੀਂ ਪੈਂਦਾ। ਹੁਣ ਉਹਨੂੰ ਭਰਾਉਣ ਵਾਸਤੇ ਤਾਂ ਮੈਨੂੰ ਜੋ ਮਹਿਸੂਸ ਹੁੰਦਾ ਵੀ ਪਹਿਲਾਂ ਦੇ ਕੇ ਆਉਂਦੇ ਨੇ, ਫਿਰ ਉਹ ਬੰਦਾ ਦੁਕਾਨਦਾਰ ਭਰ ਕੇ ਦਿੰਦਾ, ਉਹ 2 ਘੰਟੇ 3 ਘੰਟੇ ਬਾਅਦ ਲੈ ਕੇ ਆਉਂਦਾ। ਜੇ ਹੁਣ ਸਾਡੇ ਕੋਲੇ ਉਹ ਸਿਲੰਡਰ ਹੈਗੇ ਆ, ਅਵੇਲੇਬਲ ਹੈ, ਜੇ ਕਿਸੇ ਨੂੰ ਚਾਹੀਦਾ ਜਦ ਹੀ ਲਓ। ਅਗਰ ਕਿਸੇ ਦਾ ਖਾਲੀ ਵੀ ਹੋ ਗਿਆ, ਉਹਨੂੰ ਇਮੀਡੀਏਟ ਇਫੈਕਟ 'ਤੇ ਅਸੀਂ ਭਰ ਵੀ ਦਿਫਲ ਵੀ ਕਰ ਦਿਆਂਗੇ, ਜਦ ਹੀ ਭਰਿਆ ਹੋਇਆ ਲੈ ਜਾਵੇ, ਖਾਲੀ ਦੇ ਜਾਵੇ, ਜੋ ਆਮ ਘਰੇਲੂ ਸਿਲੰਡਰਾਂ 'ਚ ਹੁੰਦਾ। ਮਤਲਬ ਉਸ ਐਕਟੀਵਿਟੀ ਨੂੰ ਰੋਕਣ ਵਾਸਤੇ ਕੰਪਨੀ ਨੇ ਜਿਹੜੇ 5 ਕਿਲੋ ਜਾਂ 2 ਕਿਲੋ ਦੇ ਸਿਲੰਡਰ ਨੂੰ ਲਾਂਚ ਕੀਤਾ। ਧੰਨਵਾਦ ਸਰ ਸਾਡੇ ਨਾਲ ਇੰਨੀ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਇਹ ਸਨ ਮਨਜੀਤ ਸਿੰਘ ਜੀ, ਜੋ ਕਿ LPG ਗੈਸ ਏਜੰਸੀ ਦੇ ਪ੍ਰੈਜ਼ੀਡੈਂਟ
ਰੈਜ਼ੀਡੈਂਟ ਵੀ ਨੇ ਤੇ ਇਹਨਾਂ ਨੇ ਕਾਫੀ ਜਿਹੜੀ ਕਿ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਲੋਕਾਂ ਨੂੰ ਕਈ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੀ ਨਹੀਂ ਹੈ ਕਿ ਕੋਈ ਦੁਰਘਟਨਾ ਅਗਰ ਹੋ ਜਾਂਦੀ ਹੈ, ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਉਸ ਦੇ ਲਈ ਇੰਸ਼ੋਰੈਂਸ ਹੈ ਜਿਹੜੀ ਕਿ ਡਿਸਟ੍ਰੀਬਿਊਟਰ ਕੰਪਨੀ ਹੈ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਅਗਰ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋ ਜਾਂਦੀ ਹੈ ਤਾਂ ਲੋਕ ਕਲੇਮ ਕਰ ਸਕਦੇ ਨੇ। ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਕੋਈ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਲਈ ਕਲੇਮ ਕਰ ਸਕਦੇ ਨੇ, ਉਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਹੈ। ਤੇ ਇਸ ਦੇ ਨਾਲ ਹੀ ਜਿਹੜੇ ਕਿ LPG ਸਿਲੰਡਰ ਨੇ ਉਹਨਾਂ ਦੀ ਜਿਹੜੀ ਕਿ ਸਹੀ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈ, ਜੋ ਕੁਝ ਸਾਵਧਾਨੀਆਂ ਨੇ ਉਸ ਨੂੰ ਵਰਤਣਾ ਚਾਹੀਦਾ ਹੈ ਤਾਂ ਜੋ ਜਿਹੜੀ ਕਿ ਇਹਨਾਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਇਹਦਾ ਦੀ ਹੋਰ ਜਾਣਕਾਰੀ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ। ਕੈਮਰਾਮੈਨ ਸੰਜੇ ਸੇਤੀ ਦੇ ਨਾਲ ਪਰਮਜੀਤ ਕੌਰ।